ਸਤਨਾਮ। ਹਰ ਆਪੇ ਸ਼ਬਦ ਸੁਰਤ ਧੁਨ ਆਪੇ। ਹਰ ਆਪੇ ਤਪ ਤਾਪੈ ਲਾਏ ਤਾਰੀ। ਐਸਾ ਮੇਰਾ ਰਾਮ ਰਹਿਆ ਭਰਪੂਰ। ਨਿਕਟ ਬਸੈ ਨਾਹੀ ਹਰ ਦੂਰ ਰਹਾਓ। ਹਰ ਆਪੇ ਸ਼ਬਦ ਸੁਰਤ ਧੁਨ ਆਪੇ। ਕਿ ਉਹ ਪਰਮੇਸ਼ਰ ਸਾਖੀ ਰੂਪ ਹੋ ਕੇ ਸਾਰਿਆਂ ਦੇ ਨਿਕਟ, ਸਾਰਿਆਂ ਦੇ ਨੇੜੇ ਹੀ ਵਸ ਰਿਹਾ ਹੈ। ਉਹ ਹਰੀ ਪਰਮੇਸ਼ਰ ਦੂਰ ਨਹੀਂ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ। ਹਰ ਆਪੇ ਸ਼ਬਦ ਸੁਰਤ ਧੁਨ ਆਪੇ। ਹਰ ਆਪੇ ਸ਼ਬਦ ਸੁਰਤ ਧੁਨ ਆਪੇ। ਹਰੀ ਆਪ ਹੀ ਸ਼ਬਦ ਉਪਦੇਸ਼ ਰੂਪ ਹੈ। ਹਰੀ ਆਪ ਹੀ ਜਗਿਆਸੂ ਦੀ ਸੁਰਤ ਵਿੱਚ ਜੁੜਿਆ ਹੋਇਆ ਸੁਰਤੀਆਂ ਸਿਮਰਤੀਆਂ ਦੇ ਤਾਈਂ ਉਚਾਰਨ ਵਾਲਾ ਹੈ। ਆਪ ਹੀ ਹਰੀ ਬ੍ਰਹਮ ਰੂਪ ਹੈ। ਆਪ ਹੀ ਸੁਰਤ ਸਰੋਤਾ ਅਧਿਕਾਰੀ ਰੂਪ ਹੈ। ਆਪ ਹੀ ਬਾਣੀ ਦੀ ਧੁਨ ਉਚਾਰਨ ਵਾਲਾ ਹੈ। ਹਰ ਆਪੇ ਵੇਖੈ ਬਿਗਸੈ ਆਪੇ। ਕਿ ਹਰੀ ਆਪ ਹੀ ਆਪਣੀ ਰਚਨਾ ਨੂੰ ਵੇਖਦਾ ਹੈ। ਜੋ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਪਰਮੇਸ਼ਰ ਨੇ, ਤੇ ਪਰਮੇਸ਼ਰ ਆਪ ਹੀ ਆਪਣੀ ਰਚਨਾ ਨੂੰ ਵੇਖ ਰਿਹਾ ਹੈ, ਰਚੀ ਹੋਈ ਨੂੰ। ਅਤੇ ਵੇਖੈ ਬਿਗਸੈ ਆਪੇ। ਅਤੇ ਆਪ ਹੀ ਤਤ ਵੇਤਾ ਹੋ ਕੇ ਆਪਣੇ ਸਰੂਪ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ। ਹਰ ਆਪ ਜਪਾਏ ਆਪੇ ਹਰ ਜਾਪੇ। ਹਰੀ ਪਰਮੇਸ਼ਰ ਆਪ ਹੀ ਗੁਰੂ ਸਰੂਪ ਹੋ ਕੇ ਨਾਮ ਜਪਾਉਂਦਾ ਹੈ। ਆਪੇ ਹਰ ਜਾਪੇ। ਅਤੇ ਆਪ ਹੀ ਸਿੱਖ ਰੂਪ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਹਰ ਆਪੇ ਸਾਰੰਗ ਅੰਮ੍ਰਿਤ ਧਾਰਾ। ਹਰੀ ਅਕਾਲ ਪੁਰਖ ਆਪ ਹੀ ਸਾਰੰਗ ਕਹਿ ਬਵੀਹੇ ਨੂੰ। ਕਿ ਹਰੀ ਆਪ ਹੀ ਬਵੀਹੇ ਵਾਂਗ ਹੈ। ਤੇ ਆਪ ਹੀ ਬੱਦਲਾਂ ਵਿੱਚੋਂ ਬਰਸਣ ਵਾਲੀ ਅੰਮ੍ਰਿਤ ਧਾਰਾ, ਅੰਮ੍ਰਿਤ ਰੂਪ ਸਵਾਤੀ ਬੂੰਦ ਦੀ ਧਾਰਾ ਹੈ। ਹਰੀ ਆਪ ਹੀ ਜਗਿਆਸੂ ਰੂਪ ਪਪੀਹਾ ਹੈ। ਅਤੇ ਆਪ ਹੀ ਗੁਰੂ ਰੂਪ ਬੱਦਲ ਤੋਂ ਉਪਦੇਸ਼ ਨਾਮ ਰੂਪੀ ਸਵਾਤੀ ਬੂੰਦ ਦੀ ਅੰਮ੍ਰਿਤ ਧਾਰਾ ਪ੍ਰਾਪਤ ਕਰਨ ਵਾਲਾ ਹੈ। ਕਿ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰੀ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ। ਜਿਨ ਪੀਤੀ ਤਿਸ ਮੋਖ ਦੁਆਰ। ਕਿ ਜੋ ਪਰਮੇਸ਼ਰ ਦੀ ਬਾਣੀ ਹੈ ਕਿ ਉਹ ਬੜੀ ਅੰਮ੍ਰਿਤ ਹੈ। ਕਿ ਅੰਮ੍ਰਿਤ ਧਾਰ। ਕਿ ਅੰਮ੍ਰਿਤ ਧਾਰ ਜਿਵੇਂ ਚਾਉਂਦੀ ਹੈ ਇਸ ਤਰ੍ਹਾਂ ਮਿੱਠੀ ਹੈ। ਜਿਨ ਪੀਤੀ, ਜਿਨ੍ਹਾਂ ਨੇ ਵੀ ਅੰਮ੍ਰਿਤ ਰੂਪੀ ਮਿੱਠੀ ਬਾਣੀ ਨੂੰ ਪੀਤਾ ਹੈ, ਤਿਸ ਮੋਖ ਦੁਆਰ, ਉਹਨਾਂ ਦਾ ਮੋਖ ਮੁਖ ਕੇ ਪਵਿੱਤਰ ਹੋ ਜਾਂਦਾ ਹੈ। ਹਰ ਅੰਮ੍ਰਿਤ ਆਪ ਪੀਆਵਣ ਹਾਰਾ। ਹਰੀ ਆਪ ਹੀ ਅੰਮ੍ਰਿਤ ਰੂਪ ਹੈ। ਤੇ ਆਪਣਾ ਨਾਮ ਰੂਪ ਅੰਮ੍ਰਿਤ ਪਿਲਾਉਣ ਵਾਲਾ ਸਰੂਪ ਵੀ ਆਪ ਹੀ ਹੈ। ਜਿਵੇਂ ਪਰਮੇਸ਼ਰ ਆਪ ਹੀ ਗੁਰੂ ਗੋਬਿੰਦ ਸਿੰਘ ਜੀ ਰੂਪ ਧਾਰ ਕੇ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਆਪ ਹੀ ਅੰਮ੍ਰਿਤ ਪਿਲਾਉਣ ਵਾਲੇ ਗੁਰੂ ਸਨ। ਤੇ ਆਪ ਹੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪੀਣ ਵਾਲੇ ਚੇਲਾ ਰੂਪ ਹੋਏ ਸਨ। ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਹੀ ਗੁਰੂ ਰੂਪ ਹੋਏ ਸਨ। ਤੇ ਆਪ ਹੀ ਫਿਰ ਚੇਲਾ ਬਣ ਕੇ ਅੰਮ੍ਰਿਤ ਛਕਣਾ ਕੀਤਾ ਸੀ। ਹਰ ਆਪ ਕਰੇ ਆਪੇ ਨਿਸਤਾਰਾ। ਹਰੀ ਪਰਮੇਸ਼ਰ ਆਪ ਹੀ ਜਗਤ ਦੇ ਜੀਵਾਂ ਨੂੰ ਪੈਦਾ ਕਰਦਾ ਹੈ। ਹਰ ਆਪ ਕਰੇ। ਹਰੀ ਆਪ ਹੀ ਜਗਤ ਦੇ ਜੀਵਾਂ ਨੂੰ ਪੈਦਾ ਕਰਦਾ ਹੈ। ਆਪੇ ਨਿਸਤਾਰਾ। ਆਪ ਹੀ ਸਿੱਖ ਰੂਪ ਹੋ ਕੇ ਭਗਤੀ ਕਰਦਾ ਹੈ, ਨਾਮ ਜਪਦਾ ਹੈ। ਅਤੇ ਆਪ ਹੀ ਗੁਰੂ ਰੂਪ ਹੋ ਕੇ ਸੰਸਾਰ ਤੋਂ ਨਿਸਤਾਰਾ ਤਾਰਨਾ ਭਾਵ ਮੁਕਤ ਕਰਦਾ ਹੈ। ਹਰ ਆਪੇ ਬੇੜੀ ਤੁਲਹਾ ਤਾਰਾ। ਹਰੀ ਆਪ ਹੀ ਬੇੜੀ ਰੂਪ ਹੈ। ਆਪ ਹੀ ਤੁਲਹਾ ਰੂਪ ਹੈ। ਅਤੇ ਆਪ ਹੀ ਜਹਾਜ਼ ਰੂਪ ਹੈ।
ਆਪ ਹੀ ਨਦੀਆਂ ਤੋਂ ਲੰਘਣ ਵਾਸਤੇ ਹੁੰਦੀਆਂ ਹਨ, ਕਿ ਜੋ ਜਹਾਜ਼ ਹੈ ਜਾਂ ਤੁਲ ਹੈ, ਬੇੜੀ ਹੈ, ਕਿ ਇਹ ਨਦੀਆਂ ਤੋਂ ਪਾਰ ਲੰਘਣ ਵਾਸਤੇ ਹਨ, ਤੇ ਨਾਲਿਆਂ ਤੋਂ ਲੰਘਣ ਵਾਸਤੇ ਤੁਲਹੇ ਹੁੰਦੇ ਹਨ, ਤੇ ਜਹਾਜ਼ ਸਮੁੰਦਰ ਤੋਂ ਲੰਘਣ ਵਾਸਤੇ ਹੁੰਦੇ ਹਨ। ਆਸਾ ਤ੍ਰਿਸ਼ਨਾ ਰੂਪੀ ਨਦੀ ਤੋਂ ਪਾਰ ਕਰਨ ਵਾਸਤੇ ਭਗਤੀ ਰੂਪ ਬੇੜੀ ਵੀ ਆਪ ਹੀ ਹੈ। ਸੰਸਾਰ ਰੂਪ ਸਮੁੰਦਰ ਤੋਂ ਪਾਰ ਕਰਨ ਵਾਸਤੇ ਗੁਰੂ ਰੂਪ ਮਲਾਹ ਨਾਮ ਰੂਪੀ ਜਹਾਜ਼ ਵੀ ਹਰੀ ਆਪ ਹੀ ਹੈ। ਹਰ ਆਪੇ ਗੁਰਮਤੀ ਨਿਸਤਾਰਾ, ਹਰੀ ਆਪ ਹੀ ਗੁਰਮਤੀ, ਕਿ ਗੁਰਮਤੀਆਂ ਨੂੰ ਗੁਰ ਸਿੱਖਿਆ ਦੇ ਕੇ ਸੰਸਾਰ ਤੋਂ ਤਾਰਨ ਵਾਲਾ ਹੈ। ਅਵਿਦਿਆ ਰੂਪੀ ਰਾਤ ਤੋਂ ਗਿਆਨ ਦਾ ਦਿਨ ਚੜਾ ਕੇ ਤਾਰਨ ਵਾਲਾ ਹੈ। ਹਰ ਆਪੇ ਨਾਨਕ ਪਾਵੈ ਪਾਰਾ, ਹਰ ਆਪੇ ਨਾਨਕ ਪਾਵੈ ਪਾਰਾ। ਗੁਰੂ ਜੀ ਕਥਨ ਕਰਦੇ ਹਨ ਕਿ ਉਹ ਹਰੀ ਪਰਮੇਸ਼ਰ ਆਪ ਹੀ ਆਪਣੇ ਪਾਰਾਵਾਰ ਨੂੰ ਪਾਉਣ ਵਾਲਾ ਹੈ। ਹਰੀ ਪਰਮੇਸ਼ਰ ਆਪ ਹੀ ਜਗਿਆਸੂ ਰੂਪ ਹੋ ਕੇ ਸੰਸਾਰ ਸਮੁੰਦਰ ਵਿੱਚੋਂ ਮੁਕਤੀ ਰੂਪ ਕਿਨਾਰਿਆਂ ਤੇ ਪਾਉਣ ਵਾਲਾ ਵੀ ਆਪ ਹੈ। ਪਰਾ ਸਰੂਪ ਬ੍ਰਹਮ ਨੂੰ ਪਾਉਣ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਗੌੜੀ ਬੈਰਾਗਣ ਮਹੱਲਾ ਤੀਜਾ। ਮਹਾਰਾਜ ਜੀ, ਗੌੜੀ ਬੈਰਾਗਣ ਮਹੱਲਾ ਚੌਥਾ, ਚੌਥੇ ਪਾਤਸ਼ਾਹ ਦੀ ਬਾਣੀ ਹੈ। ਗੌੜੀ ਰਾਗ ਹੈ, ਬੈਰਾਗਣ ਜਾਤੀ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ। 165 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਸ਼ੋਭਿਤ ਹੈ। ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹੋ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇ ਤੈਸੀ ਹਮ ਲੇਹੇ। ਹਰ ਨਾਮ ਬਣੰਜੇ ਰੰਗ ਸਿਉ, ਜੇ ਆਪ ਦਇਆਲ ਹੋਏ ਦੇਹੇ। ਹਮ ਬਣ ਜਾਰੇ RAM ਕੇ, ਹਰ ਬਣਜ ਕਰਾਵੈ ਦੇ ਰਾਸ ਰੇ ਰਹਾਉ। ਲਾਹਾ ਹਰ ਭਗਤ ਧਨ ਖੱਟਿਆ, ਹਰ ਸੱਚੇ ਸਾਹ ਮਨ ਪਾਇਆ। ਹਰ ਜਾਪ ਹਰ ਬਖਤ ਲੱਦਿਆ, ਹਰ ਜਾਪ ਹਰ ਬਖਰ ਲੱਦਿਆ। ਜਮ ਜਗਾਤੀ ਨੇੜ ਨਾ ਆਇਆ, ਹੋਰ ਬਣਜ ਕਰਹਿ ਬਾਪਾਰੀਏ। ਅਨੰਤ ਤਰੰਗੀ ਦੁਖ ਮਾਇਆ, ਓਏ ਜਿਹੇ ਬਣਜ ਹਰ ਲਾਇਆ। ਫਲ ਤੇ ਹਾ ਤਿਨ ਪਾਇਆ, ਹਰ ਹਰ ਬਣਜ ਸੋ ਜਨ ਕਰੇ। ਜਿਸ ਕਿਰਪਾਲ ਹੋਏ ਪ੍ਰਭ ਦੇਈ, ਜਨ ਨਾਨਕ ਸਾਹੋ ਹਰ ਸੇਵਿਆ। ਫਿਰ ਲੇਖਾ ਮੂਲ ਨਾ ਹੋਈ, ਜਨ ਨਾਨਕ ਸਾਹੋ ਹਰ ਸੇਵਿਆ। ਫਿਰ ਲੇਖਾ ਮੂਲ ਨਾ ਹੋਈ। ਰਾਗ ਗੌੜੀ ਦੀ ਬੈਰਾਗਣ ਜਾਤੀ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹੁਣ ਸਰਬ ਰੂਪ ਕਰਕੇ ਬ੍ਰਹਮ ਨੂੰ ਕਹਿ ਕੇ ਵਾਹਿਗੁਰੂ ਅੱਗੇ ਪ੍ਰਾਰਥਨਾ ਦਾ ਤਰੀਕਾ ਦੱਸਦੇ ਹਨ ਕਿ ਵਾਹਿਗੁਰੂ ਅੱਗੇ ਪ੍ਰਾਰਥਨਾ ਕਿਵੇਂ ਕਰਨੀ ਹੈ। ਮਹਾਰਾਜ ਜੀ ਕਹਿਣ ਲੱਗੇ, ਸਾਹੋ ਹਮਾਰਾ ਤੂੰ ਧਣੀ। ਹੇ ਪਰਮੇਸ਼ਰ, ਤੂੰ ਹਮਾਰਾ, ਤੂੰ ਸਾਡਾ ਸੱਚਾ ਸਾਹੋ ਸ਼ਾਹੂਕਾਰ ਅਤੇ ਧਣੀ ਮਾਲਕ ਹੈ। ਜੈਸੀ ਤੂੰ ਰਾਸ ਦੇ ਤੈਸੀ ਹਮ ਲੇਹੇ। ਜੈਸੀ ਜਿਸ ਤਰ੍ਹਾਂ ਦੀ ਤੁਸੀਂ ਸਰਦਾ ਰੂਪੀ ਰਾਸ ਪੂੰਜੀ, ਭਗਤੀ ਰੂਪੀ ਪੂੰਜੀ ਦਿੰਦੇ ਹੋ, ਉਹ ਜਿਹੀ ਹੀ ਹਮ ਅਸੀਂ ਲੈਂਦੇ ਹਾਂ। ਸਾਹੋ ਹਮਾਰਾ ਤੂੰ ਧਣੀ। ਹੇ ਪਰਮੇਸ਼ਰ, ਤੂੰ ਸਾਡਾ ਸੱਚਾ ਸ਼ਾਹੂਕਾਰ ਅਤੇ ਤੂੰ ਧਣੀ, ਤੂੰ ਮਾਲਕ ਹੈ। ਜੈਸੀ ਤੂੰ ਰਾਸ ਦੇ
ਜੈਸੀ ਜਿਸ ਤਰ੍ਹਾਂ ਦੀ ਤੁਸੀਂ ਸਰਦਾ ਰੂਪੀ ਰਾਸ, ਸਰਦਾ ਰੂਪੀ ਪੂੰਜੀ, ਭਗਤੀ ਰੂਪੀ ਪੂੰਜੀ ਦਿੰਦੇ ਹੋ, ਤੈਸੀ ਹਮ ਲੈ, ਉਹ ਜਿਹੀ ਹੀ ਅਸੀਂ ਲੈ ਲੈਂਦੇ ਹਾਂ। ਹਰ ਨਾਮ ਬਣੰਜੇ ਰੰਗ ਸਿਉ, ਜੇ ਆਪ ਦਿਆਲ ਹੋਏ ਦੇਹ। ਹੇ ਹਰੀ ਪਰਮਾਤਮਾ, ਅਸੀਂ ਤੇਰੇ ਨਾਮ ਨੂੰ ਪ੍ਰੇਮ ਦੇ ਨਾਲ ਗੁਰਾਂ ਪਾਸੋਂ ਤਾਂ ਖਰੀਦਦੇ ਹਾਂ ਜੇਕਰ ਆਪ ਦਿਆਲੂ ਹੋ ਕੇ ਸਾਨੂੰ ਨਾਮ ਦੀ ਦਾਤ ਦੇਣਾ ਕਰੋ। ਹਰ ਨਾਮ ਬਣੰਜੇ ਰੰਗ ਸਿਉ, ਜੇ ਆਪ ਦਿਆਲ ਹੋਏ ਦੇਹ। ਹੇ ਹਰੀ ਪਰਮਾਤਮਾ, ਅਸੀਂ ਤੇਰੇ ਨਾਮ ਨੂੰ, ਰੰਗ ਹੁੰਦਾ ਪ੍ਰੇਮ ਨਾਲ, ਗੁਰਾਂ ਪਾਸੋਂ ਤਾਂ ਖਰੀਦੀਏ ਜੇਕਰ ਆਪ ਦਿਆਲੂ ਹੋ ਕੇ ਸਾਨੂੰ ਨਾਮ ਦੀ ਦਾਤ ਦੇਣਾ ਕਰੋ। ਹਮ ਬਣਜਾਰੇ ਰਾਮ ਕੇ, ਹਾਰ ਬਣਜ ਕਰਾਵੈ ਦੇ ਰਾਸ ਰੇ। ਕਿ ਹੇ ਭਾਈ, ਅਸੀਂ ਤਾਂ ਰਾਮ ਰਵੇਂ ਹੋਏ ਪਰਮਾਤਮਾ ਦੇ ਨਾਮ ਦੇ ਬਣਜਾਰੇ, ਬਣਜ ਕਰਨ ਵਾਲੇ ਹਾਂ। ਹੇ ਭਾਈ, ਅਸੀਂ ਆਪ ਹੀ ਗੁਰਾਂ ਦੁਆਰਾ ਨਾਮ ਦੀ ਪੂੰਜੀ ਲੈ ਕੇ ਬਣਜ ਵਪਾਰ ਕਰਾਉਂਦਾ ਹੈ। ਕਿ ਹਰੀ ਆਪ ਹੀ ਸਰਦਾ ਰੂਪੀ ਰਾਸ ਦੇ ਕੇ ਆਪਣੇ ਨਾਮ ਦਾ, ਬਣਜ ਨਾਮ ਦਾ ਵਪਾਰ ਕਰਾਉਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਉਚਾਰਨ ਕਰਦੇ ਹਨ। ਲਾਹਾ ਹਰ ਭਗਤ ਧਨ ਖੱਟਿਆ, ਹਰ ਸੱਚੇ ਸਹਾ ਮਨ ਪਾਇਆ। ਹਰੀ ਵਾਹਿਗੁਰੂ ਦੀ ਭਗਤੀ ਰੂਪੀ ਧਨ ਦਾ ਲਾਹਾ, ਧਨ ਦਾ ਲਾਭ ਸੰਤ ਜਨਾਂ ਨੇ, ਭਗਤ ਜਨਾਂ ਨੇ ਖੱਟਿਆ ਹੈ। ਤੇ ਉਹ ਸੰਤ ਭਗਤ ਹੀ ਸੱਚੇ ਸਾਹੂਕਾਰ ਪਰਮੇਸ਼ਰ ਦੇ ਮਨ ਨੂੰ ਭਾਇਆ ਚੰਗੇ ਲੱਗੇ ਹਨ। ਹਰ ਜਾਪ ਹਰ ਬਖਰ ਲੱਦਿਆ, ਜਿਨ੍ਹਾਂ ਨੇ ਹਰੀ ਵਾਹਿਗੁਰੂ ਦੇ ਨਾਮ, ਹਰੀ ਵਾਹਿਗੁਰੂ ਦਾ ਨਾਮ ਜਪਿਆ ਹੈ ਅਤੇ ਹਰੀ ਪਰਮੇਸ਼ਰ ਦੇ ਲਾਭਦਾਇਕ ਨਾਮ ਦਾ, ਬਖਰ ਨਾਮ ਦਾ ਸੌਦਾ ਆਪਣੇ ਅੰਤਹਿਕਰਨ ਹਿਰਦੇ ਰੂਪੀ ਗੱਡੇ ਵਿੱਚ ਲੱਦ ਲਿਆ ਹੈ। ਹਾਰ ਜਾਪ ਹਾਰ ਬਖਰ ਲੱਦਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਅਤੇ ਹਰੀ ਦੇ ਲਾਭਦਾਇਕ ਨਾਮ ਦਾ ਸੌਦਾ ਆਪਣੇ ਹਿਰਦੇ ਰੂਪੀ ਗੱਡੇ ਵਿੱਚ ਲੱਦ ਲਿਆ ਹੈ। ਜਮ ਜਗਾਤੀ ਨੇੜ ਨਾ ਆਇਆ, ਉਹਨਾਂ ਦੇ ਜਮ ਜੋ ਕਰਮ ਧਰਮ ਆਦਿ ਦਾ ਜਗਾਤੀ ਮਸੂਲੀਆ ਹੈ, ਉਹ ਨੇੜੇ ਨਹੀਂ ਆ ਸਕਦਾ। ਹੋਰ ਬਣਜ ਕਰਹਿ ਵਪਾਰੀਏ, ਅਨੰਤ ਤਰੰਗੀ ਦੁੱਖ ਮਾਇਆ। ਹੇ ਭਾਈ, ਜਿਹੜੇ ਨਾਮ ਤੋਂ ਬਿਨਾਂ ਮਨਮੁਖ ਲੋਕ ਹੋਰ ਕਈ ਕਿਸਮ ਦੇ ਮਾਇਆ ਦੇ ਬਣਜ, ਮਾਇਆ ਦੇ ਵਪਾਰ ਕਰਦੇ ਹਨ, ਉਹਨਾਂ ਦੇ ਮਨ ਰੂਪ ਦਰਿਆ ਵਿੱਚ ਦੁੱਖ ਰੂਪ ਮਾਇਆ ਦੀ ਪ੍ਰਾਪਤੀ ਵਾਸਤੇ ਬੇਅੰਤ ਤਰੰਗੀ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ। ਉਹ ਅਨੇਕ ਪ੍ਰਕਾਰ ਦਾ ਦੁੱਖ ਪ੍ਰਾਪਤ ਕਰਦੇ ਹਨ। ਓਏ ਜੇ ਹੈ ਬਣਜ ਹਰ ਲਾਇਆ, ਫਲਤ ਵੇ ਫਲ ਤੇ ਹਾ ਤਿਨ ਪਾਇਆ। ਹੇ ਭਾਈ, ਉਹਨਾਂ ਮਨਮੁਖਾਂ ਨੂੰ ਜਿਹੋ ਜਿਹੇ ਵਪਾਰ ਵਿੱਚ ਪਰਮੇਸ਼ਰ ਨੇ ਲਾਉਣਾ ਕੀਤਾ ਹੈ, ਫਲ ਤੇ ਹਾ ਤਿਨ ਪਾਇਆ, ਤਿਨ ਉਹਨਾਂ ਨੇ ਉਹੋ ਜਿਹਾ ਹੀ ਫਲ ਪਾਉਣਾ ਕੀਤਾ ਹੈ। ਹਰ ਹਰ ਬਣਜ ਸੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ। ਹਰ ਹਰ ਹਰੀ ਪਰਮਾਤਮਾ ਦੇ ਨਾਮ ਦੇ ਜਾਪਣ ਰੂਪ ਸੌਦੇ ਨੂੰ ਉਹੋ ਹੀ ਪੁਰਖ ਕਰ ਸਕਦਾ ਹੈ, ਜਿਸ ਦੇ ਪੂਰਬਲੇ ਸ੍ਰੇਸ਼ਟ ਪੁੰਨਾਂ ਦਾ ਸਦਕਾ ਪਰਮੇਸ਼ਰ ਕਿਰਪਾਲ ਦਿਆਲੂ ਹੋ ਕੇ ਗੁਰਾਂ ਦੁਆਰਾ ਨਾਮ ਦੀ ਦਾਤ ਦਿੰਦਾ ਹੈ। ਜਨ ਨਾਨਕ ਸਾਹੋ ਹਰ ਸੇਵਿਆ, ਫਿਰ ਲੇਖਾ ਮੂਲ ਨਾ ਲਈ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ,
ਕਿ ਜਿਸ ਜਨ ਜਿਸ ਪੁਰਖ ਨੇ ਸ਼ਾਹੂਕਾਰ ਹਰੀ ਪਰਮਾਤਮਾ ਸੇਵਨਾ ਕੀਤਾ ਹੈ, ਫਿਰ ਉਹਨਾਂ ਹਿਸਾਬ ਕਿਤਾਬ ਉੱਕਾ ਹੀ ਨਹੀਂ ਲੈਂਦਾ। ਭਾਵ ਇੱਕੋ ਵਾਰੀ ਹੀ ਬਖਸ਼ ਕਰਕੇ ਸਭ ਗੁਨਾਹਾਂ ਨੂੰ ਬਖਸ਼ ਕੇ ਮੇਲ ਲੈਂਦਾ ਹੈ। ਜਨ ਨਾਨਕ ਸਾਹੋ ਹਰ ਸੇਵਿਆ। ਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਜਨ ਜਿਸ ਪੁਰਖ ਨੇ ਸ਼ਾਹੂਕਾਰ ਹਰੀ ਪਰਮਾਤਮਾ ਸੇਵਨਾ ਕੀਤਾ ਹੈ, ਫਿਰ ਲੇਖਾ ਮੂਲ ਨਾ ਹਈ, ਫਿਰ ਉਸ ਦਾ ਲੇਖਾ ਉਸ ਦਾ ਹਿਸਾਬ ਕਿਤਾਬ ਮੂਲ ਉੱਕਾ ਹੀ ਨਹੀਂ ਲੈਂਦਾ। ਭਾਵ ਇੱਕੋ ਵਾਰੀ ਹੀ ਬਖਸ਼ਿਸ਼ ਕਰਕੇ ਸਭ ਗੁਨਾਹਾਂ ਨੂੰ ਬਖਸ਼ ਕੇ ਮੇਲ ਲੈਂਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਫਿਰ ਧਰਮ ਰਾਏ ਵੀ ਉਸ ਦੇ ਕਾਗਜ਼ ਫਾਰੇ ਪਾੜ ਦਿੰਦਾ ਹੈ, ਜਿਸ ਦਾ ਲੇਖਾ ਪਰਮੇਸ਼ਰ ਨੇ ਆਪ ਲੈ ਲਿਆ ਹੈ, ਜਿਸ ਨੂੰ ਪਰਮੇਸ਼ਰ ਨੇ ਆਪ ਬਖਸ਼ ਦਿੱਤਾ ਹੈ। ਉਸ ਦਾ ਧਰਮ ਰਾਏ ਕਾਗਜ਼ ਪਾੜ ਦਿੰਦਾ ਹੈ ਲੇਖੇ ਜੋਖੇ ਦਾ। ਅੱਗੇ ਮਹਾਰਾਜ ਜੀ ਅਗਲੇ ਸ਼ਬਦ ਦੇ ਅੰਦਰ ਸਮਝਾ ਰਹੇ ਹਨ। ਬੜੇ ਹੀ ਵਿਸਥਾਰ ਨਾਲ ਮਹਾਰਾਜ ਜੀ ਦੀ ਬਾਣੀ ਸਮਝਾਉਂਦੀ ਹੈ। ਗੌੜੀ ਬੈਰਾਗਣ ਮਹੱਲਾ ਚੌਥਾ। ਜਿਉ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਵੱਡਾ ਹੋਏ ਧਨ ਖਾਟ ਦੇ, ਕਰ ਭੋਗ ਵਿਲਾਸਾ। ਤਿਉ ਹਰ ਜਨ ਪ੍ਰੀਤ ਹਰ ਰਾਖਦਾ, ਦੇ ਆਪ ਹਥਾਸਾ। ਮੇਰੇ RAM ਮੈਂ ਮੂਰਖ, ਹਰ ਰਾਖ ਮੇਰੇ ਗੋਸਾਈਆ। ਜਨ ਕੀ ਉਪਮਾ ਤੁਝੇ ਬੜਾਈਆ। ਰਹਾਉ ਮੰਦਰ ਘਰ ਆਨੰਦ ਹਰ, ਹਰ ਜਾਸ ਮਨ ਭਾਵੈ। ਸਭ ਰਸ ਮੀਠੇ ਮੁਖ ਲੱਗਹਿ, ਜਾਂ ਹਰ ਗੁਣ ਗਾਵੈ। ਹਰ ਜਨ ਪਰਿਵਾਰ ਸੁਧਾਰ ਹੈ, ਇੱਕੀ ਕੁੜੀ ਸਭ ਜਗਤ ਛਡਾਵੈ। ਜੋ ਕਿਸ ਕੀਆ ਸੋ ਹਰ ਕੀਆ, ਹਰ ਕੀ ਵਡਿਆਈ। ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ। ਹਰ ਭਗਤ ਭੰਡਾਰ ਲਹਾਇਂਦਾ, ਆਪੇ ਵਰਤਾਈ। ਲਾਲਾ ਹਟ ਬਿਹਾਜਿਆ, ਕਿਆ ਤਿਸ ਚਤਰਾਈ। ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਕਾਸੀ ਕੋ ਹਰ ਨਾਮ ਕਢਾਈ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਗੌੜੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ ਕਿ ਰਾਗ ਗੌੜੀ ਦੀ ਬੈਰਾਗਣ ਜਾਤੀ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹੁਣ ਸਰਬ ਰੂਪ ਕਰਕੇ ਬ੍ਰਹਮ ਨੂੰ ਕਹਿ ਕੇ ਵਾਹਿਗੁਰੂ ਅੱਗੇ ਪ੍ਰਾਰਥਨਾ ਦਾ ਤਰੀਕਾ ਦੱਸਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ, ਜਿਉ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਮਹਾਰਾਜ ਜੀ ਸਮਝਾ ਰਹੇ ਹਨ, ਜਿਉਂ ਜਿਵੇਂ ਜਨਨੀ ਮਾਤਾ ਗਰਭ ਦੇ ਅੰਦਰ ਬੱਚੇ ਨੂੰ ਆਇਆ ਜਾਣ ਕੇ ਪਾਲਤੀ ਪਾਲਣਾ ਕਰਦੀ ਹੈ। ਸੁਤ ਕੀ ਕਰ ਆਸਾ, ਸੁਤ ਹੁੰਦਾ ਪੁੱਤਰ, ਕਿ ਪੁੱਤਰ ਹੋਣ ਦੀ ਆਸਾ, ਪੁੱਤਰ ਹੋਣ ਦੀ ਉਮੀਦ ਕਰਦੀ ਹੈ। ਜਿਉ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਜਿਵੇਂ ਜਨਨੀ ਮਾਤਾ ਗਰਭ ਦੇ ਅੰਦਰ ਬੱਚੇ ਨੂੰ ਆਇਆ ਜਾਣ ਕੇ ਪਾਲਣਾ ਕਰਦੀ ਹੈ ਅਤੇ ਪੁੱਤਰ ਹੋਣ ਦੀ ਆਸਾ, ਪੁੱਤਰ ਹੋਣ ਦੀ ਉਮੀਦ ਕਰਦੀ ਹੈ ਕਿ ਮੇਰੇ ਪੁੱਤਰ ਦੀ ਪੈਦਾਇਸ਼ ਹੋਵੇ।
ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਕਿ ਜੇ ਮੇਰੇ ਪੁੱਤਰ ਹੋਏਗਾ ਵੱਡਾ ਹੋ ਕੇ ਧਨ ਖਾਟ ਕੇ ਧਨ ਪੈਸਾ ਖੱਟੀ ਕਰਕੇ, ਭਾਵ ਧਨ ਕਮਾ ਕੇ ਸਾਨੂੰ ਬੁੱਢਿਆਂ ਹੋਇਆਂ ਨੂੰ ਦੇਵੇਗਾ, ਬੁੱਢਿਆਂ ਹੋਇਆਂ ਨੂੰ ਖਵਾਵੇਗਾ। ਫਿਰ ਕਰ ਭੋਗ ਬਿਲਾਸਾ, ਉਹ ਧਨ ਨਾਲ ਅਨੇਕ ਪ੍ਰਕਾਰ ਦੇ ਸੁੱਖ ਭੋਗਾਂਗੇ, ਆਨੰਦ ਮਾਣਾਂਗੇ। ਕਿ ਇਹ ਇੱਛਾ ਰੱਖਦੀ ਹੈ ਜਨਨੀ, ਜਦ ਵੀ ਮਾਤਾ ਹੈ ਜਨਮ ਦੇਣ ਵਾਲੀ, ਜਦ ਉਸ ਦੇ ਪੇਟ ਦੇ ਵਿੱਚ ਬੱਚੇ ਦੀ ਪੈਦਾਇਸ਼ ਹੁੰਦੀ ਹੈ ਕਿ ਮੇਰੇ ਪੁੱਤਰ ਹੋਵੇ। ਪੁੱਤਰ ਹੋਇਆ, ਜਦੋਂ ਵੱਡਾ ਹੋਇਆ ਧਨ ਖੱਟ ਕੇ ਲਿਆਇਆ ਕਰੂ, ਕਮਾ ਕੇ ਲਿਆਇਆ ਕਰੂ, ਬੁੱਢਿਆਂ ਹੋਇਆਂ ਨੂੰ ਫਿਰ ਖਵਾਇਆ ਕਰੂ। ਕਿ ਉਸ ਧਨ ਦੇ ਨਾਲ ਸੁੱਖ ਭੋਗਾਂਗੇ, ਆਨੰਦ ਮਾਨਣਾ ਕਰਾਂਗੇ। ਤਿਉ ਹਰ ਜਨ ਪ੍ਰੀਤ ਹਰ ਰਾਖਦਾ, ਦੇ ਆਪ ਹਥਾਸਾ। ਤਿਵੇਂ ਹੀ ਹਰੀ ਪਰਮਾਤਮਾ ਦਾ ਸੇਵਕ ਹਰੀ ਦੀ ਪ੍ਰੀਤੀ ਰੱਖਦਾ ਹੈ। ਜਿਵੇਂ ਮਾਤਾ ਇੱਛਾ ਕਰਦੀ ਹੈ ਪੁੱਤਰ ਦੀ, ਇਸੇ ਤਰ੍ਹਾਂ ਮਹਾਰਾਜ ਜੀ ਸਮਝਾ ਰਹੇ ਹਨ। ਤਿਉ ਹਰ ਜਨ ਪ੍ਰੀਤ ਹਰ ਰਾਖਦਾ, ਦੇ ਆਪ ਹਥਾਸਾ। ਤਿਵੇਂ ਹੀ ਹਰੀ ਪਰਮਾਤਮਾ ਦਾ ਸੇਵਕ ਹਰੀ ਦੀ ਪ੍ਰੀਤੀ ਰੱਖਦਾ ਹੈ। ਉਹ ਜਾਣਦਾ ਹੈ ਕਿ ਮੇਰਾ ਵਾਹਿਗੁਰੂ ਆਪਣੇ ਹਥਾਸਾ, ਹੱਥ ਦਾ ਆਸਰਾ ਦੇ ਕੇ ਮੇਰੀ ਰੱਖਿਆ ਕਰੇਗਾ। ਭਾਵ ਨਿਸ਼ਚੇ ਰੂਪੀ ਹੱਥ ਦੇ ਕੇ ਆਪਣੇ ਪਿਆਰਿਆਂ ਨੂੰ ਰੱਖਦਾ ਹੈ। ਮੇਰੇ RAM ਮੈਂ ਮੂਰਖ, ਹੇ ਮੇਰੇ ਰਾਮ ਰਹਿਵੇਂ ਹੋਏ ਪਰਮੇਸ਼ਰ, ਮੈਂ ਵਿਚਾਰਾਂ ਵੱਲੋਂ ਮੂਰਖ ਬੇਸਮਝ ਹਾਂ। ਇਸ ਲਈ ਹਰ ਰਾਖ ਮੇਰੇ ਗੁਸਾਈਆਂ। ਕਿ ਇਸ ਲਈ ਹੈ ਹਰੀ ਆਪ ਕਿਰਪਾ ਕਰਕੇ ਮੈਨੂੰ ਰੱਖ ਲੈਣਾ ਕਰੋ, ਕਿਉਂਕਿ ਇੱਕ ਤੁਸੀਂ ਹੀ ਮੇਰੇ ਗੁਸਾਈਆਂ ਮਾਲਕ ਹੋ। ਜਨ ਕੀ ਉਪਮਾ ਤੁਝੇ ਬੜਈਆ। ਕਿ ਹੈ ਪਰਮੇਸ਼ਰ ਤੇਰੇ ਜਨ ਤੇਰੇ ਸੇਵਕ ਦੀ ਉਪਮਾ ਮਹਿਮਾ ਤੇਰੀ ਹੀ ਵਡਿਆਈ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ। ਮੰਦਰ ਘਰ ਆਨੰਦ ਹਰ, ਹਾਰ ਜਸ ਮਨ ਭਾਵੈ। ਜਿਸ ਦੇ ਮਨ ਵਿੱਚ ਪਰਮੇਸ਼ਰ ਦਾ ਜਸ, ਪਰਮੇਸ਼ਰ ਦਾ ਕੀਰਤਨ ਚੰਗਾ ਲੱਗਿਆ ਹੈ, ਉਸ ਦੇ ਸਰੀਰ ਰੂਪੀ ਮੰਦਰ ਦੇ, ਸਰੀਰ ਰੂਪੀ ਮੰਦਰ ਤੇ ਅੰਤੇ ਕਰਨ ਹਿਰਦੇ ਰੂਪੀ ਘਰ ਵਿੱਚ ਸਦਾ ਹੀ ਹਰੀ ਦਾ ਆਨੰਦ ਬਣਿਆ ਰਹਿੰਦਾ ਹੈ। ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਤੇਰੇ ਸੇਵਕ ਦੀ ਉਪਮਾ, ਤੇਰੇ ਸੇਵਕ ਦੀ ਮਹਿਮਾ, ਤੇਰੀ ਹੀ ਵਡਿਆਈ ਹੈ। ਕਿ ਜਿਸ ਦੇ ਮਨ ਵਿੱਚ ਪਰਮੇਸ਼ਰ ਦਾ ਜਸ ਕੀਰਤਨ ਚੰਗਾ ਲੱਗਿਆ ਹੈ, ਉਸ ਦੇ ਸਰੀਰ ਰੂਪੀ ਮੰਦਰ ਤੇ ਅੰਤਸ ਕਰਨ ਹਿਰਦੇ ਰੂਪੀ ਘਰ ਵਿੱਚ ਸਦਾ ਹੀ ਹਰੀ ਦਾ ਆਨੰਦ ਬਣਿਆ ਰਹਿੰਦਾ ਹੈ। ਸਭ ਰਸ ਮੀਠੇ ਮੁਖ ਲੱਗਹਿ। ਕਿ ਜਿਹਦੇ ਅੰਦਰ ਹਰੀ ਦਾ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਮੂੰਹ ਨੂੰ ਸਾਰੇ ਮਿੱਠੇ ਰਸ ਉਦੋਂ ਹੀ ਲੱਗ ਜਾਂਦੇ ਹਨ। ਜਾਂ ਹਰ ਗੁਣ ਗਾਵੇ, ਜਾਂ ਜਦੋਂ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ, ਜਦੋਂ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ। ਕਿ ਉਸ ਸੇਵਕ ਦੇ ਮੂੰਹ ਨੂੰ ਸਾਰੇ ਮਿੱਠੇ ਰਸ ਉਦੋਂ ਹੀ ਲੱਗ ਜਾਂਦੇ ਹਨ। ਕਿ ਨਾਮ ਜਪਣ ਦੇ ਵਿੱਚ ਵੀ ਮਠਿਆਸ ਹੈ। ਜਿਨ੍ਹਾਂ ਨੂੰ ਰਸ ਆਇਆ ਹੈ ਉਹਨਾਂ ਨੂੰ ਹੀ ਪਤਾ ਹੈ, ਪਰ ਦੱਸਿਆ ਨਹੀਂ ਜਾ ਸਕਦਾ। ਜਿਉਂ ਗੂੰਗੇ ਗੁੜ ਖਾਇਆ, ਕਿ ਜਿਵੇਂ ਗੂੰਗਾ ਗੁੜ ਖਾ ਕੇ ਮਠਿਆਸ ਨਹੀਂ ਦੱਸ ਸਕਦਾ, ਨਾਮ ਦੇ ਨਾਲ ਜੁੜਿਆ ਹੋਇਆ ਬੰਦਾ ਨਾਮ ਦਾ ਰਸ ਨਹੀਂ ਦੱਸ ਸਕਦਾ। ਪਰ ਇਹ ਜ਼ਰੂਰ ਕਹਿੰਦਾ ਹੈ ਕਿ ਨਾਮ ਦਾ ਰਸ ਮਿੱਠਾ ਹੈ। ਸਭ ਰਸ ਮੀਠੇ ਮੁਖ ਲੱਗਹਿ, ਜਾਂ ਹਰ ਗੁਣ ਗਾਵੇ। ਜਿਹੜਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ, ਉਸ ਦੇ ਮੂੰਹ ਨੂੰ ਸਾਰੇ ਮਿੱਠੇ ਰਸ ਉਦੋਂ ਹੀ ਲੱਗ ਜਾਂਦੇ ਹਨ। ਹਰ ਜਨ ਪ੍ਰਵਾਸ ਆਧਾਰ ਹੈ, ਇੱਕੀ ਕੁਲੀ ਸਭ ਜਗਤ ਛਡਾਵੈ। ਹਰ ਜਨ ਪਰਿਵਾਰ ਸੁਧਾਰ ਹੈ। ਹੇ ਭਾਈ, ਹਰੀ ਦਾ ਜਨ, ਹਰੀ ਦਾ ਸੇਵਕ
ਨਾਮ ਜਪ ਕੇ ਆਪਣੇ ਪਰਿਵਾਰ ਨੂੰ ਸੁਧਾਰ ਲੈਂਦਾ ਹੈ, ਭਾਵ ਗੁਰਮੁਖ ਬਣਾ ਲੈਂਦਾ ਹੈ। ਉਹ ਆਪਣੀਆਂ 21 ਕੁੜੀ ਸਭ ਜਗਤ ਛਡਾਵੈ। ਉਹ ਆਪਣੀਆਂ 21 ਕੁਲਾਂ ਵੀ ਬਲਕਿ ਸਾਰੇ ਜਗਤ ਨੂੰ ਹੀ ਛਡਾਉਣ ਵਾਲਾ ਹੋ ਜਾਂਦਾ ਹੈ। ਹਰੀ ਦੇ ਭਗਤ ਜਨ ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਲੈਂਦੇ ਹਨ। ਇੰਦਰੀਆਂ ਰੂਪ ਪਰਿਵਾਰ ਨੂੰ ਆਸੇ ਦੇ ਸਹਿਤ ਕਰ ਲੈਂਦੇ ਹਨ। 21 ਕੁੜੀ ਇੱਕ ਪਰਮੇਸ਼ਰ ਦੇ ਵਿੱਚ ਹੀ ਉਹ ਜੁੜ ਜਾਂਦੇ ਹਨ ਅਤੇ ਸਭ ਜਗਤ ਦੀਆਂ ਕੁਲਾਂ ਨੂੰ ਵੀ ਮੁਕਤ ਕਰ ਦਿੰਦੇ ਹਨ, ਛਡਾ ਦਿੰਦੇ ਹਨ। ਜੋ ਕਿਸ ਕੀਆ ਸੋ ਹਰਿ ਕੀਆ, ਹਰਿ ਕੀ ਵਡਿਆਈ। ਉਹ ਜਾਣ ਲੈਂਦੇ ਹਨ ਕਿ ਜੋ ਕੁਝ ਵੀ ਕੀਤਾ ਹੈ ਉਹ ਅਕਾਲ ਪੁਰਖ ਨੇ ਹੀ ਕੀਤਾ ਹੈ। ਇਹ ਸਭ ਪਰਮੇਸ਼ਰ ਦੀ ਹੀ ਵਡਿਆਈ, ਪਰਮੇਸ਼ਰ ਦੀ ਹੀ ਸੋਭਾ ਹੈ। ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ। ਹੇ ਹਰੀ, ਸਾਰੇ ਜੀਵ ਜੰਤਰ ਤੇਰੇ ਹੀ ਪੈਦਾ ਕੀਤੇ ਤੇ ਤੂੰ ਹੀ ਸਾਰਿਆਂ ਵਿੱਚ ਸਾਖੀ ਰੂਪ ਹੋ ਕੇ ਵਰਤ ਰਿਹਾ ਹੈ। ਹਰ ਪੂਜ ਕਰਾਈ ਕਿ ਸਾਰੇ ਹਿਰਦਿਆਂ ਵਿੱਚ ਤੂੰ ਹੀ ਵਰਤ ਰਿਹਾ ਹੈ। ਇਸ ਕਰਕੇ ਹੇ ਹਰੀ, ਅਸੀਂ ਸਾਰੇ ਤੇਰੀ ਪੂਜਾ ਕਰਦੇ ਹਾਂ। ਤੂੰ ਆਪ ਹੀ ਆਪਣੀ ਪੂਜਾ ਕਰਵਾ ਰਿਹਾ ਹੈ। ਹਰ ਭਗਤ ਭੰਡਾਰ ਲਹਾਏਂਦਾ, ਆਪੇ ਵਰਤਾਈ। ਹੇ ਹਰੀ, ਤੂੰ ਆਪ ਹੀ ਆਪਣੇ ਭਗਤਾਂ ਨੂੰ ਭਗਤੀ ਦੇ ਭੰਡਾਰ, ਭਗਤੀ ਦੇ ਖਜ਼ਾਨੇ ਲਹਾਏਂਦਾ ਪ੍ਰਾਪਤ ਕਰਵਾ ਦਿੰਦਾ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਸੰਤਾਂ ਭਗਤਾਂ ਨੂੰ ਵਰਤਾਉਂਦਾ ਹੈ। ਆਪਣੇ ਜਿਹੜੇ ਭੰਡਾਰੇ ਹਨ, ਖਜ਼ਾਨੇ ਹਨ, ਆਪ ਹੀ ਭਗਤਾਂ ਦੇ ਰਾਹੀਂ ਖਜ਼ਾਨਿਆਂ ਨੂੰ, ਨਾਮਦਿਆਂ ਨੂੰ ਵਰਤਾਉਂਦਾ ਹੈ। ਲਾਹਾ ਹਾਟ ਬਿਹਾਜਿਆ, ਕਿਆ ਤਿਸ ਚਤਰਾਈ। ਜਿਵੇਂ ਕੋਈ ਲਾਲਾ, ਜਿਵੇਂ ਕੋਈ ਗੁਲਾਮ ਮੰਡੀਆਂ ਦੀਆਂ ਹੱਟਾਂ ਵਿੱਚੋਂ ਮੁੱਲ ਖਰੀਦਿਆ ਗਿਆ ਹੋਵੇ, ਉਸ ਦੀ ਆਪਣੇ ਮਾਲਕ ਅੱਗੇ ਕੀ ਚਤਰਾਈ, ਕੀ ਸਿਆਣਪ ਚੱਲ ਸਕਦੀ ਹੈ। ਲਾਲਾ ਹਾਟ ਬਿਹਾਜਿਆ, ਕਿਆ ਤਿਸ ਚਤਰਾਈ। ਜਿਵੇਂ ਕੋਈ ਗੁਲਾਮ ਮੰਡੀਆਂ ਦੀਆਂ ਹੱਟਾਂ ਵਿੱਚੋਂ ਮੁੱਲ ਖਰੀਦਿਆ ਗਿਆ ਹੋਵੇ, ਉਸ ਦੀ ਆਪਣੇ ਮਾਲਕ ਅੱਗੇ ਕੀ ਚਤਰਾਈ, ਕੀ ਸਿਆਣਪ ਚੱਲ ਸਕਦੀ ਹੈ ਕਿ ਜਦ ਉਸਨੇ ਮੁੱਲ ਹੀ ਖਰੀਦ ਲਿਆ ਹੈ, ਭਾਵ ਕੁਝ ਵੀ ਸਿਆਣਪ ਨਹੀਂ ਚੱਲਦੀ। ਇਸੇ ਪ੍ਰਕਾਰ ਹੈ ਪਰਮੇਸ਼ਰ, ਅਸੀਂ ਤੇਰੇ ਸਾਧ ਸੰਗ ਰੂਪੀ ਹੱਟੀ ਤੋਂ ਤੇਰੇ ਮੁੱਲ ਖਰੀਦੇ ਹੋਏ ਦਾਸ ਹਾਂ। ਉਸ ਵਿੱਚ ਮੇਰੀ ਕੀ ਸਿਆਣਪ ਹੈ। ਜੇ ਰਾਜ ਬਹਾਲੇ ਤਾਂ ਹਰ ਗੁਲਾਮ। ਕਿ ਹੇ ਪਰਮੇਸ਼ਰ, ਹੇ ਪਰਮਾਤਮਾ, ਜੇਕਰ ਤੂੰ ਸਾਨੂੰ ਰਾਜ ਗੱਦੀ ਤੇ ਬਹਾਲੇ ਬਿਠਾ ਦੇਵੇਂ ਤਾਂ ਵੀ ਅਸੀਂ ਤੇਰੇ ਗੁਲਾਮ, ਤੇਰੇ ਦਾਸ ਹੀ ਹਾਂ। ਘਾਸੀ ਕੋ ਹਰ ਨਾਮ ਵਡਾਈ। ਜੇਕਰ ਘਾਸੀ ਘਾਹ ਖੋਤਣ ਵਾਲਾ ਘਾਹ ਹੀ ਬਣਾ ਦੇਵੇਂ ਤਾਂ ਵੀ ਤੇਰੇ ਹੀ ਨਾਮ ਨੂੰ ਕਢਵਾਵਾਂਗੇ, ਤੇਰੇ ਨਾਮ ਨੂੰ ਪ੍ਰਗਟ ਕਰਾਵਾਂਗੇ ਤੇ ਤੇਰੇ ਹੀ ਦਾਸ ਹਾਂ। ਮਹਾਰਾਜ ਜੀ ਕਹਿਣ ਲੱਗੇ, ਜਨ ਨਾਨਕ ਹਰਿ ਕਾ ਦਾਸ ਹੈ, ਹਰਿ ਕੀ ਵਡਿਆਈ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਮੈਂ ਜਨ ਤਾਂ ਆਪ ਜੀ ਦਾ ਦਾਸ ਸੇਵਕ ਹਾਂ। ਹੇ ਪਰਮੇਸ਼ਰ, ਇਹ ਸਭ ਆਪ ਜੀ ਦੀ ਹੀ ਵਡਿਆਈ, ਆਪ ਜੀ ਦੀ ਹੀ ਸੋਭਾ ਹੈ। ਇਉਂ ਨਿਸ਼ਚੈ ਕੀਤਾ ਹੈ ਕਿ ਸਭ ਆਪਣੀ ਵਡਿਆਈ ਨੂੰ ਤੂੰ ਆਪੇ ਹੀ ਜਾਣਦਾ ਹੈ। ਕਿਰਪਾ ਕਰਕੇ ਆਪਣੇ ਨਾਮ ਦੀ ਵਡਿਆਈ ਸਾਨੂੰ ਬਖਸ਼ੋ। ਮਹਾਰਾਜ ਜੀ ਕਥਨ ਕਰਦੇ ਹਨ, ਲਾਲਾ ਹਾਟ ਬਿਹਾਜਿਆ, ਕਿਆ ਤਿਸ ਚਤਰਾਈ। ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਘਾਸੀ ਕੋ ਹਰ ਨਾਮ ਕਢਾਈ। ਜਨ ਨਾਨਕ ਹਰਿ ਕਾ ਦਾਸ ਹੈ, ਹਰਿ ਕੀ ਵਡਿਆਈ।
ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਵੇਂ ਕੋਈ ਗੁਲਾਮ ਮੰਡੀਆਂ ਦੀਆਂ ਹੱਟਾਂ ਵਿੱਚੋਂ ਮੁੱਲ ਖਰੀਦਿਆ ਗਿਆ ਹੋਵੇ, ਉਸ ਦੀ ਆਪਣੀ ਚਤਰਾਈ ਆਪਣੇ ਮਾਲਕ ਅੱਗੇ ਨਹੀਂ ਚੱਲਦੀ, ਸਿਆਣਪ ਨਹੀਂ ਚੱਲਦੀ, ਕਿਉਂਕਿ ਉਹ ਖਰੀਦਿਆ ਹੁੰਦਾ ਹੈ। ਉਸ ਦੇ ਮੁਤਾਬਕ ਹੀ ਉਸ ਨੂੰ ਕੰਮ ਕਰਨਾ ਪੈਂਦਾ ਹੈ। ਆਪ ਆਪਣੀ ਚਤਰਾਈ ਨਾਲ ਕੁਝ ਨਹੀਂ ਕਰ ਸਕਦਾ, ਭਾਵ ਕੁਝ ਵੀ ਸਿਆਣਪ ਨਹੀਂ ਚੱਲਦੀ ਆਪਣੇ ਮਾਲਕ ਦੇ ਅੱਗੇ, ਕਿ ਜੋ ਗੁਲਾਮ ਮੰਡੀਆਂ ਚੋਂ ਖਰੀਦਿਆ ਜਾਂਦਾ ਹੈ ਕੰਮ ਕਰਾਉਣ ਵਾਸਤੇ। ਇਸੇ ਪ੍ਰਕਾਰ ਹੈ ਪਰਮੇਸ਼ਰ, ਅਸੀਂ ਤੇਰੀ ਸਾਧ ਸੰਗ ਰੂਪੀ ਹੱਟੀ ਤੋਂ ਤੇਰੇ ਮੁੱਲ ਖਰੀਦੇ ਹੋਏ ਦਾਸ ਹਾਂ, ਤੇਰੇ ਮੁੱਲ ਖਰੀਦੇ ਹੋਏ ਲਾਲੇ ਗੋਲੇ ਹਾਂ। ਉਸ ਵਿੱਚ ਮੇਰੀ ਕੀ ਸਿਆਣਪ ਹੈ। ਜੇ ਰਾਜ ਬਹਾਲੇ ਹੈ ਪਰਮਾਤਮਾ, ਜੇਕਰ ਤੂੰ ਸਾਨੂੰ ਰਾਜ ਗੱਦੀ ਤੇ ਬਿਠਾ ਦੇਵੇਂ, ਤਾਂ ਵੀ ਅਸੀਂ ਤੇਰੇ ਗੁਲਾਮ, ਤੇਰੇ ਦਾਸ, ਤੇਰੇ ਸੇਵਕ ਹੀ ਹਾਂ। ਘਾਸੀ ਕੋ ਹਰ ਨਾਮ ਕਢਾਈ, ਜੇਕਰ ਘਾਸੀ ਘਾਹ ਕੋਤਣ ਵਾਲਾ ਘਾਹ ਹੀ ਬਣਾ ਦੇਵੇਂ, ਤਾਂ ਵੀ ਤੇਰੇ ਹੀ ਨਾਮ ਨੂੰ ਕਢਾਵਾਂਗੇ, ਤੇਰੇ ਨਾਮ ਨੂੰ ਪ੍ਰਗਟ ਕਰਾਂਗੇ ਕਿ ਤੇਰੇ ਹੀ ਦਾਸ ਹਾਂ। ਬ੍ਰਹਮਾਨੰਦ ਰੂਪੀ ਰਾਜ ਤੇ ਇਸਤਤ ਕਰ ਦੇਵੋ, ਤਾਂ ਆਪ ਜੀ ਦੇ ਗੁਲਾਮ ਹੀ ਹਾਂ। ਜੇਕਰ ਸੰਸਾਰ ਦੇ ਮੋਹ ਵਿੱਚ ਭੋਗ ਪਦਾਰਥਾਂ ਰੂਪੀ ਘਾਹ ਖਤਾਉਂਦੇ ਰਹੋਗੇ, ਤਾਂ ਵੀ ਆਪ ਜੀ ਦੇ ਹੀ ਦਾਸ ਅਖਵਾਵਾਂਗੇ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਗੁਰੂ ਜੀ ਕਥਨ ਕਰਦੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਜਨ ਤਾਂ ਆਪ ਜੀ ਦਾ ਦਾਸ, ਆਪ ਜੀ ਦਾ ਸੇਵਕ ਹਾਂ। ਹੇ ਪਰਮੇਸ਼ਰ, ਇਹ ਸਭ ਆਪ ਜੀ ਦੀ ਹੀ ਵਡਿਆਈ, ਆਪ ਜੀ ਦੀ ਹੀ ਸੋਭਾ ਹੈ। ਇਉਂ ਨਿਸ਼ਚੈ ਕੀਤਾ ਹੈ ਕਿ ਸਭ ਆਪਣੀ ਵਡਿਆਈ ਨੂੰ ਤੂੰ ਆਪੇ ਹੀ ਜਾਣਦਾ ਹੈ। ਕਿਰਪਾ ਕਰਕੇ ਆਪਣੇ ਨਾਮ ਦੀ ਵਡਿਆਈ ਸਾਨੂੰ ਬਖਸ਼ੋ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ, ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਣ ਮਹਾਰਾਜ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ